ਨਮਸਕਾਰ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ। ਮੈਂ ਹਾਂ ਪਰਮਿੰਦਰ ਕੌਰ। ਪਹਿਲਾਂ ਪੇਸ਼ ਨੇ ਝੋਂਦੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 14ਵੇਂ ਬ੍ਰਿਕਸ ਸੰਮੇਲਨ 'ਚ ਕੋਵਿਡ ਦੇ ਬਾਅਦ ਵਿਸ਼ਵ ਸਥਿਤੀ 'ਚ ਬ੍ਰਿਕਸ ਮੈਂਬਰ ਮੁਲਕਾਂ ਵਿਚਾਲੇ ਆਪਸੀ ਸਹਿਯੋਗ ਵਧਾਉਣ ਤੇ ਦਿੱਤਾ ਜ਼ੋਰ। ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ 44.41% ਹੋਇਆ ਮਤਦਾਨ। ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਅੱਜ ਤੋਂ ਸ਼ੁਰੂ। ਇਜਲਾਸ ਦੌਰਾਨ 27 ਜੂਨ ਨੂੰ ਬਜਟ ਪੇਸ਼ ਕੀਤਾ ਜਾਵੇਗਾ। ਰਾਸ਼ਟਰਵਾਦੀ ਰਾਜਨੇਤਾ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਬਲੀਦਾਨ ਦਿਵਸ ਤੇ ਦਿੱਤੀ ਗਈ ਸ਼ਰਧਾਂਜਲੀ। ਪੰਜਾਬ ਦੇ ਸਾਬਕਾ ਡੀਜੀਪੀ ਦਿਨਕਰ ਗੁਪਤਾ ਕੌਮੀ ਜਾਂਚ ਏਜੰਸੀ NIA ਦੇ ਨਵੇਂ ਡਾਇਰੈਕਟਰ ਜਨਰਲ ਨਿਯੁਕਤ। ਚੈਸ ਓਲੰਪੀਆਡ ਮਸ਼ਾਲ ਰਿਲੇ ਦਾ ਅਟਾਰੀ ਸਰਹੱਦ ਅਤੇ ਪਟਿਆਲਾ ਪੁੱਜਣ ਤੇ ਹੋਇਆ ਨਿੱਘਾ ਸਵਾਗਤ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ ਤੋਂ ਬਾਅਦ ਵਿਸ਼ਵ ਸਥਿਤੀ 'ਚ ਬ੍ਰਿਕਸ ਮੈਂਬਰ ਦੇਸ਼ਾਂ ਵਿਚਾਲੇ ਆਪਸੀ ਸਹਿਯੋਗ ਵਧਾਉਣ ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੋਵਿਡ ਮਹਾਮਾਰੀ ਦੇ ਬੁਰੇ ਪ੍ਰਭਾਵ ਬੇਸ਼ੱਕ ਕਾਫੀ ਘਟ ਗਏ ਨੇ, ਪਰ ਇਸ ਦਾ ਵਿਸ਼ਵ ਅਰਥਚਾਰੇ ਤੇ ਅਸਰ ਅਜੇ ਵੀ ਨਜ਼ਰ ਆ ਰਿਹਾ ਹੈ। ਉਹ ਕੱਲ੍ਹ ਚੀਨ 'ਚ ਸ਼ੁਰੂ ਹੋਏ 2 ਰੋਜ਼ਾ 14ਵੇਂ ਸਿਖਰ ਸੰਮੇਲਨ ਨੂੰ ਵਰਚੁਅਲ ਮਾਧਿਅਮ ਰਾਹੀਂ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ 'ਚ ਬ੍ਰਿਕਸ ਵਿੱਚ ਕਈ ਢਾਂਚਾਗਤ ਪਰਿਵਰਤਨ ਹੋਏ ਨੇ, ਜਿਨ੍ਹਾਂ ਨੇ ਇਸ ਦੇ ਅਸਰ ਨੂੰ ਵਧਾਇਆ ਹੈ। ਉਨ੍ਹਾਂ ਕਿਹਾ ਕਿ ਕਈ ਖੇਤਰਾਂ 'ਚ ਸਹਿਯੋਗ ਨਾਲ ਮੈਂਬਰ ਮੁਲਕਾਂ ਦੇ ਨਾਗਰਿਕਾਂ ਨੂੰ ਫਾਇਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕਰੋਨਾ ਮਗਰੋਂ ਸਾਡਾ ਆਪਸੀ ਸਹਿਯੋਗ ਅਹਿਮ ਯੋਗਦਾਨ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਲੋਕਾਂ ਵਿਚਾਲੇ ਸੰਪਰਕ ਨੂੰ ਹੋਰ ਮਜ਼ਬੂਤ ਕੀਤਾ ਹੈ। ਵੈਕਸੀਨ ਅਤੇ ਫਾਰਮਾ ਦੇ ਖੇਤਰ ਵਿੱਚ ਸਹਿਯੋਗ ਨਾਲ ਲੋਕਾਂ ਦੇ ਆਪਸੀ ਸਬੰਧ ਹੋਰ ਮਜ਼ਬੂਤ ਹੋਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਰੋਨਾ ਦੀਆਂ ਚੁਣੌਤੀਆਂ ਹਾਲੇ ਘੱਟ ਨਹੀਂ ਹੋਈਆਂ। वैश्विक अर्थव्यवस्था की गवर्नेंस के बारे में हम ब्रिक्स सदस्य देशों का नजरिया काफी समान रहा है और इसलिए हमारा आपसी सहयोग वैश्विक पोस्ट कोविड रिकवरी में उपयोगी योगदान दे सकता है। पिछले वर्षों में हमने ब्रिक्स में कई संस्थागत सुधार किए हैं, जिनसे इस संगठन की प्रभावशीलता बढ़ी है। ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਮਤਦਾਨ ਕੱਲ ਅਮਨ ਅਮਾਨ ਨਾਲ ਸਮਾਪਤ ਹੋ ਗਿਆ। ਜ਼ਿਮਨੀ ਚੋਣ ਲਈ 44.41% ਪੋਲਿੰਗ ਹੋਈ। ਵੋਟਰਾਂ 'ਚ ਉਤਸ਼ਾਹ ਮੱਠਾ ਹੋਣ ਕਰਕੇ ਵੋਟਿੰਗ ਦੀ ਮੱਠੀ ਰਫ਼ਤਾਰ ਨਾਲ ਹੁੰਦੀ ਰਹੀ। ਡਿਪਟੀ ਕਮਿਸ਼ਨਰ ਮਲੇਰਕੋਟਲਾ ਸੰਜਮ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹੇ 'ਚ ਪੈਂਦੇ ਇੱਕ ਹਲਕੇ ਮਲੇਰਕੋਟਲਾ 'ਚ 47.30% ਪੋਲਿੰਗ ਹੋਈ, ਜੋ ਸਭ ਤੋਂ ਵੱਧ ਹੈ। ਵੋਟਰਾਂ ਨੇ 16 ਉਮੀਦਵਾਰਾਂ ਦੀ ਸਿਆਸੀ ਕਿਸਮਤ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ 'ਚ ਬੰਦ ਕਰ ਦਿੱਤੀ ਹੈ। 26 ਜੂਨ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਉਸੇ ਦਿਨ ਹੀ ਨਤੀਜਾ ਐਲਾਨਿਆ ਜਾਵੇਗਾ। ਕੇਂਦਰ ਸਰਕਾਰ ਨੇ ਦੇਸ਼ ਦੇ ਨੌਜਵਾਨਾਂ ਲਈ ਅਗਨੀਪਥ ਯੋਜਨਾ ਸ਼ੁਰੂ ਕੀਤੀ ਹੈ, ਜਿਸ ਬਾਰੇ ਭਰਮ ਭੁਲੇਖੇ ਪਾ ਕੇ ਉਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਕੇਂਦਰ ਨੇ ਅਗਨੀਪਥ ਯੋਜਨਾ ਬਾਰੇ ਕੁਝ ਤੱਥ ਲੋਕਾਂ ਸਾਹਮਣੇ ਰੱਖੇ ਨੇ। ਇਹਨਾਂ 'ਚ ਯੋਜਨਾ ਦੀ ਸਹੀ ਜਾਣਕਾਰੀ ਦਿੱਤੀ ਗਈ ਹੈ।
पंजाब विधानसभा का बजट इजलास आज चंडीगढ़ च शुरू हो रहा है। यह इजलास 30 जून तक चलेगा। इजलास दौरान 27 जून को आम आदमी पार्टी वालों अपना पलेठा बजट पेश किया जाएगा। वित्त मंत्री हरपाल सिंह चीमा बजट पेश करेंगे। वित्त मंत्री हरपाल सिंह चीमा ने कहा कि इस बार बजट लोगों के सुझाव लैके तैयार किया गया और यह बजट लोक पक्षी होगा। जिक्रयोग है कि पिछले महीने मुख्यमंत्री भगवंत मान ने कहा कि सरकार वालों इस बार कागज रहित बजट यानी ई बजट पेश किया जाएगा। उधर विधानसभा के स्पीकर कुलतार सिंह संधवा ने दस्सिया कि इस बार विधानसभा सिफर काल दौरान विधायकों को अपनी गल रखने का मौका देने लई लोक सभा की तर्ज से ड्रा प्रणाली शुरू की जा रही है। विधायकों तो शाम को उन्होंने सिफर काल के सवाल लए जाएंगे, जिन्हां विचों लगभग 20 सवाल ड्रा राही चुने जाएंगे ते इन्हां सवालों का जवाब बाद विच उन्हां विधायकों को भेजा जाएगा। इस दौरान विरोधी पार्टियां आम आदमी पार्टी की सरकार को अमन कानून के मुद्दे ते घेरन की तैयारी विच ने। कांग्रेस, भारतीय जनता पार्टी और श्रोमणी अकाली दल ने सरकार को सूबे च अमन कानून की विगड़ रही स्थिति और पिछले महीने पंजाबी गायक सिद्धू मूसेवाला के हुए कतल के मुद्दे ते घेरन की तैयारी की है। राष्ट्रवादी राजनेता डॉक्टर श्यामा प्रसाद मुखर्जी को उन्होंने बलिदान दिवस से देश भर में श्रद्धांजलि भेंट की गई। पंजाब च पठानकोट लागे माधोपुर विखे हुए एक समागम दौरान भारतीय जनता पार्टी के आगुआं समेत समाज के ਵੱਖ-ਵੱਖ वर्गों के लोगों ने डॉक्टर मुखर्जी के बुत ते फुल मालावां भेंट कीतियां। एक रिपोर्ट। भारतीय जनता पार्टी पंजाब ते जम्मू के बॉर्डर ते माधोपुर लागे डॉक्टर श्यामा प्रसाद मुखर्जी के सन्मान में एक स्मारक बनाया गया है, जिथे उन्होंने बलिदान दिवस से एक समागम का आयोजन किया गया। भारतीय जनता पार्टी के सूबा प्रधान अश्विनी शर्मा, साबका मंत्री मनोरंजन कालिया ते मास्टर मोहन लाल अते साबका विधायक दिनेश बब्बू समेत होरना नेतावां ने डॉक्टर श्यामा प्रसाद मुखर्जी के बुत ते फुल मालावां चढ़ाईयां अते उन्हां नूं याद किया। अश्विनी शर्मा ने कहा कि देश की एकता ते अखंडता विच डॉक्टर श्यामा प्रसाद मुखर्जी का बहुत वड्डा योगदान रहा है। इस देश की एकता और अखंडता के लिए बहुत बड़ा योगदान है और अज जे जम्मू कश्मीर हिंदुस्तान का अटूट अंग है और बिना परमिट के असी उत्थे जाने और इस देश के अंदर एक विधान और एक संविधान चल रहा है, वो अंदर उन्होंने बलिदान जड़ा है बड़ा महत्वपूर्ण है। और ऐसे कार्यक्रम इस करके आयोजित किए जाते हैं कि कार्यकर्ता उन्हां तो प्रेरणा लैके अपने जीवन के अंदर उन्हां दे आदर्शां नूं धारण करे और देश ते पार्टी दे लई अपने आप को समर्पित करे। साबका मंत्री मनोरंजन कालिया ने कहा कि एक विधान एक संविधान के सुपने नूं प्रधानमंत्री नरेंद्र मोदी ने पूरा किया है। उन्होंने क्या सीखा कि एक देश में दो प्रधान, दो निशान, दो संविधान नहीं चले और इस गल नूं लैके उन्होंने इत्थे परमिट सिस्टम सीगा जान लई, जिद्दां दूजे देशां जाना हुंदा पासपोर्ट है तो वो लिए बिना परमिट तो दाखिल हुए थे और 23 जून 1953 उन्होंने बलिदान दिता और ऐसी मौत सी अज भी रहस्य में। सो सुपना लैके कि इसका जम्मू कश्मीर पूर्ण रूप च विलय होवे, पूर्ण जिहड़ा सपना हैगा वो साकार किया प्रधानमंत्री श्री नरेंद्र मोदी जी ने कि 5 अगस्त 2019 में जदों इसके 370 धारा और 35 है जिन्हां दे कारण विलय हो के भी नहीं सीगा, उसनूं निरस्त करके जिहड़ा हैगा और अज श्रद्धा सुमन भेंट करन आए हैं। पठानकोट तो बिशंबर बिट्टू नाल शिशु शर्मा शांतल, दूरदर्शन समाचार, जलंधर। इधर भारतीय जनता पार्टी जिला जलंधर शहरी यूनिट के प्रधान सुशील शर्मा की अगवाई हेठ जलंधर विच पार्टी दफ्तर च डॉक्टर श्यामा प्रसाद मुखर्जी को श्रद्धांजलि दी गई। पार्टी के सूबा मीत प्रधान राकेश राठौर ने कहा कि डॉक्टर मुखर्जी ने अपना पूरा जीवन भारत मां की धरती लिए समर्पित कर दिता सी अते अखंड भारत बनाउण दे उन्हां दे सुपने नूं प्रधानमंत्री नरेंद्र मोदी ते गृह मंत्री अमित शाह ने जम्मू कश्मीर तो धारा 370 अते 35A हटा के पूरा किया है। सुशील शर्मा ने कहा कि अज दे नौजवानों नूं डॉक्टर मुखर्जी दे जीवन तो सेध लैके समाज विच वधदियां समाजिक बुराइयां खत्म करने लई अगे आउणा होवेगा। पंजाब के साबका डीजीपी दिनकर गुप्ता नूं अतवाद विरोधी कौमी जांच एजेंसी यानी NIA का नवा डायरैक्टर जनरल नियुक्त किया गया। दिनकर गुप्ता की नियुक्ति नाल NIA नूं स्थाई मुखी मिल गया क्योंकि पहला CRPF के डायरैक्टर जनरल कुलदीप सिंह नूं YC मोदी की सेवा मुक्ति तो बाद पिछले साल मई च NIA का वाधू चार्ज दिता गया सी। परसोनल मंत्रालय वालों जारी हुक्मां अनुसार दिनकर गुप्ता 31 मार्च 2024 तक या अगले हुक्मां तक NIA के मुखी बने रहेंगे।
ਗੈਂਗਸਟਰ ਵਿਰੋਧੀ ਕਾਰਜਬਲ ਦੇ ਪ੍ਰਮੁੱਖ ਵਧੀਕ ਪੁਲਿਸ ਮਹਾਨਿਦੇਸ਼ਕ ਪ੍ਰਮੋਦ ਬਾਨ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਕਤਲ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਕੀਤਾ ਗਿਆ ਤੇ ਇਸ ਮਾਮਲੇ 'ਚ ਹੁਣ ਤੱਕ 13 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਬਲਦੇਵ ਨਿੱਕੂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਜਿਸ ਨੇ ਗੈਂਗਸਟਰ ਸੰਦੀਪ ਕੇਕੜੇ ਨਾਲ ਮਿਲ ਕੇ ਸਿੱਧੂ ਮੂਸੇਵਾਲੇ ਦੀ ਰੇਕੀ ਕੀਤੀ ਸੀ। ਚੰਡੀਗੜ੍ਹ 'ਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ਗੈਂਗਸਟਰ ਗੋਲਡੀ ਬਰਾੜ ਨਾਲ ਮਿਲ ਕੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚੀ ਗਈ। ਉਨ੍ਹਾਂ ਕਿਹਾ ਕਿ 4 ਜਨਵਰੀ ਨੂੰ ਹੀ ਸ਼ਾਰਪ ਸ਼ੂਟਰ ਪੰਜਾਬ 'ਚ ਆ ਗਏ ਸਨ ਤੇ 25 ਮਈ ਨੂੰ ਮਾਨਸਾ ਪਹੁੰਚ ਗਏ ਸਨ। ਉਨ੍ਹਾਂ ਦੱਸਿਆ ਕਿ ਕਤਲ ਲਈ AK ਸੀਰੀਜ਼ ਦੇ ਹਥਿਆਰਾਂ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਪ੍ਰਿਆਵਰਤ ਫੌਜੀ ਤੋਂ ਪੁੱਛਗਿੱਛ ਕੀਤੀ ਜਾਵੇਗੀ। ਵਿਸ਼ਵ ਦੇ 190 ਦੇਸ਼ਾਂ ਦੇ ਸ਼ਤਰੰਜ ਖਿਡਾਰੀਆਂ ਦੀ ਸ਼ਮੂਲੀਅਤ ਵਾਲੀ ਅਤੇ ਭਾਰਤ ਵਿੱਚ ਪਹਿਲੀ ਵਾਰ ਆਯੋਜਿਤ ਹੋਣ ਜਾ ਰਹੀ 44ਵੀਂ ਚੈਸ ਓਲੰਪੀਆਡ ਦੀ ਪਹਿਲੀ ਵਾਰ ਜਗਾਈ ਗਈ ਸ਼ਤਰੰਜ ਓਲੰਪੀਆਡ ਮਸ਼ਾਲ ਰਿਲੇ ਅੰਮ੍ਰਿਤਸਰ ਲਾਗੇ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੇ ਅਟਾਰੀ ਚੌਕੀ ਤੇ ਪੁੱਜੀ। ਖੁੱਲੀ ਜੀਪ 'ਚ ਸਵਾਰ ਚੈਸ ਦੇ ਗ੍ਰੈਂਡ ਮਾਸਟਰ ਦੀਪ ਸੇਨ ਗੁਪਤਾ ਦੇ ਹੱਥ ਵਿੱਚ ਫੜੀ ਇਸ ਸ਼ਤਰੰਜ ਮਸ਼ਾਲ ਦਾ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ, ਖਿਡਾਰੀਆਂ, ਵਿਦਿਆਰਥੀਆਂ, ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਾਂ ਅਤੇ ਪੰਜਾਬ ਰਾਜ ਚੈਸ ਐਸੋਸੀਏਸ਼ਨ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਖਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਭੰਗੜੇ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ। ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਮਸ਼ਾਲ ਦਾ ਸਵਾਗਤ ਕਰਨ ਪੁੱਜੇ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਚੈਸ ਓਲੰਪੀਆਡ ਮਸ਼ਾਲ ਦਾ ਇੱਥੇ ਪੁੱਜਣਾ ਮਾਣ ਵਾਲੀ ਗੱਲ ਹੈ ਅਤੇ ਇਸ ਮਸ਼ਾਲ ਨੇ ਨੌਜਵਾਨਾਂ 'ਚ ਖਾਸ ਕਰਕੇ ਚੈਸ ਪ੍ਰਤੀ ਜੋਸ਼ ਭਰਿਆ। ਗ੍ਰੈਂਡ ਮਾਸਟਰ ਦੀਪ ਸੇਨ ਗੁਪਤਾ ਨੇ ਲੋਕਾਂ ਨੂੰ ਭਾਰਤੀ ਟੀਮ ਦੀ ਜਿੱਤ ਲਈ ਦੁਆ ਕਰਨ ਦੀ ਅਪੀਲ ਕੀਤੀ। मैं यहाँ पे इंडिया में ऐतिहासिक चेस ओलंपियाड जो हो रहा है उसके टॉर्च रिले के इवेंट को मैं टॉर्च को लेके यहाँ पे आया हूँ। अब ये टॉर्च यहाँ से 75 कंट्रीज टोटल सिटीज़ में जाने वाली है टोटल, तो ये आई थिंक 6 सिटी है हमारे इसमें। तो मैं चाहूँगा कि हमारे सभी देशवासी हमारी टीम के लिए प्रार्थना करें, हमें विश दे, गुड लक दे, ताकि हमारी टीम इस बार गोल्ड जीत सके। ਇਸ ਦੌਰਾਨ ਪਟਿਆਲਾ ਵਿਖੇ ਪੁੱਜਣ ਤੇ ਇਸ ਸ਼ਤਰੰਜ ਮਸ਼ਾਲ ਦਾ NIS ਵਿਖੇ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ, ਖਿਡਾਰੀਆਂ, ਵਿਦਿਆਰਥੀਆਂ, ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਾਂ ਤੇ ਪੰਜਾਬ ਰਾਜ ਚੈਸ ਐਸੋਸੀਏਸ਼ਨ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਚੈਸ ਮਸ਼ਾਲ ਸ਼ਤਰੰਜ ਖੇਡ ਲਈ ਇੱਕ ਨਵੀਂ ਸ਼ੁਰੂਆਤ ਹੈ ਜਿਹੜੀ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਉਤਸ਼ਾਹਿਤ ਕਰ ਰਹੀ ਹੈ। ਖੇਡ ਤੇ ਯੁਵਕ ਸੇਵਾਵਾਂ ਮਹਿਕਮੇ ਪੰਜਾਬ ਦੇ ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ ਨੇ ਦੱਸਿਆ ਕਿ ਇਸ ਚੈਸ ਓਲੰਪੀਆਡ ਵਿੱਚ ਪੰਜਾਬ ਤੋਂ 3 ਕੁੜੀਆਂ ਤੇ 3 ਮੁੰਡਿਆਂ ਦੀ ਟੀਮ ਹਿੱਸਾ ਲਵੇਗੀ। NIS ਦੇ ਸੀਨੀਅਰ ਕਾਰਜਕਾਰੀ ਡਾਇਰੈਕਟਰ ਕਰਨਲ ਰਿਟਾਇਰਡ ਰਾਜ ਸਿੰਘ ਬਿਸ਼ਨੋਈ ਅਤੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲੈਫਟੀਨੈਂਟ ਜਨਰਲ ਰਿਟਾਇਰਡ JS ਚੀਮਾ ਸਮੇਤ ਕਈ ਹੋਰ ਪਤਵੰਤੇ ਇਸ ਮੌਕੇ ਹਾਜ਼ਰ ਸਨ। ਸਾਡੇ ਲਈ ਬਹੁਤ ਹੀ ਮਾਣ ਦੀ ਗੱਲ ਹੈ ਇੱਥੇ ਛੋਟੇ ਬੱਚੇ ਵੀ ਚੈਸ ਦੇ ਵਿੱਚ ਇੰਨਾ ਰੁਝਾਨ ਦਿਖਾ ਰਹੀ ਹੈ ਤੇ ਪੂਰੇ ਭਾਰਤ ਲਈ ਇਹ ਬਹੁਤ ਹੀ ਮਾਣ ਦੀ ਗੱਲ ਹੈ। ਐਂਡ ਅੱਗੇ ਮਸ਼ਾਲ ਹੁਣ ਵਾਇਆ ਲੁਧਿਆਣਾ ਅੰਮ੍ਰਿਤਸਰ ਪਹੁੰਚੇਗੀ ਐਂਡ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਇਹ ਇਵੈਂਟ ਸਕਸੈਸਫੁਲ ਬਣਾਇਆ। पहली बार है जो मिनिस्ट्री ऑफ स्पोर्ट्स और मानयोग प्रधानमंत्री जी के रहनुमाई हेठ यात्रा दे करके एक मशाल जिहड़ा हैगा ये पूरे हिंदुस्तान के जिन्ने भी आइकॉनिक जगह हैगे ਵੱਡੇ ਜਾਂ ਜਿਹੜੇ ਇੰਪੋਰਟੈਂਟ ਸ਼ਹਿਰ ਹੈਗੇ ਆ ਜਿਹੜੇ ਹਿਸਟੋਰੀਕਲ ਸ਼ਹਿਰ ਹੈਗੇ ਉਹਨਾਂ ਸ਼ਹਿਰਾਂ ਵਿੱਚੋਂ ਦੀ ਹੋ ਕੇ ਫਿਰ ਅਲਟੀਮੇਟਲੀ ਇਹ ਜਾਏਗਾ ਚੇਨਈ। ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ RNUDD ਕੇ ਜਲੰਧਰ ਦੇ YouTube ਚੈਨਲ, Facebook ਪੇਜ ਅਤੇ Twitter ਹੈਂਡਲ ਤੇ ਵੀ ਦੇਖ ਸਕਦੇ ਨੇ। ਤੇ ਬੁਲੇਟਿਨ ਦੇ ਅਖੀਰ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫੇਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 14ਵੇਂ ਬ੍ਰਿਕਸ ਸੰਮੇਲਨ 'ਚ ਕੋਵਿਡ ਦੇ ਬਾਅਦ ਵਿਸ਼ਵ ਸਥਿਤੀ 'ਚ ਬ੍ਰਿਕਸ ਮੈਂਬਰ ਮੁਲਕਾਂ ਵਿਚਾਲੇ ਆਪਸੀ ਸਹਿਯੋਗ ਵਧਾਉਣ ਤੇ ਦਿੱਤਾ ਜ਼ੋਰ। ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ 44.41% ਹੋਇਆ ਮਤਦਾਨ। ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਅੱਜ ਤੋਂ ਸ਼ੁਰੂ। ਇਜਲਾਸ ਦੌਰਾਨ 27 ਜੂਨ ਨੂੰ ਬਜਟ ਪੇਸ਼ ਕੀਤਾ ਜਾਵੇਗਾ। ਰਾਸ਼ਟਰਵਾਦੀ ਰਾਜਨੇਤਾ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਬਲੀਦਾਨ ਦਿਵਸ ਤੇ ਦਿੱਤੀ ਗਈ ਸ਼ਰਧਾਂਜਲੀ। ਪੰਜਾਬ ਦੇ ਸਾਬਕਾ DGP ਦਿਨਕਰ ਗੁਪਤਾ ਕੌਮੀ ਜਾਂਚ ਏਜੰਸੀ NIA ਦੇ ਨਵੇਂ ਡਾਇਰੈਕਟਰ ਜਨਰਲ ਨਿਯੁਕਤ।
ਚੈਸ ਓਲੰਪੀਆਡ ਮਸ਼ਾਲ ਰਿਲੇ ਦਾ ਅਟਾਰੀ ਸਰਹੱਦ ਤੇ ਪਟਿਆਲਾ ਪੁੱਜਣ ਤੇ ਹੋਇਆ ਨਿੱਘਾ ਸਵਾਗਤ। ਤੇ ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੋਇਆ। ਮੈਂ ਮਾਸਕ ਲਗਾ ਕੇ ਸਟੂਡੀਓ ਤੋਂ ਬਾਹਰ ਜਾ ਰਹੀ ਹਾਂ। ਬਾਹਰ ਜਾਣ ਵੇਲੇ ਤੁਸੀਂ ਵੀ ਮਾਸਕ ਲਗਾ ਕੇ ਜਾਓ। ਤੇ ਹੁਣ ਇਜਾਜ਼ਤ ਦਿਓ। ਨਮਸਕਾਰ।